ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਕੀ ਸਾਜੀ ਨਵਾਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਸਾਹਿਬਾਂ ਦੀ ਗੁਰਬਾਣੀ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਮਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਜਦੋਂ ਸੰਸਾਰ ਪਰਮਾਰਥ ਨੂੰ ਛੱਡ ਕੇ ਪਦਾਰਥ ਦੇ ਨਾਲ ਜੁੜ ਜਾਂਦਾ ਹੈ, ਉਸ ਵਕਤ ਬਾਹਰ ਮੁਖੀ ਤ੍ਰਿਸ਼ਨਾ ਦਾ ਗੁਲਾਮ ਹੋ ਕੇ ਭੱਜ ਦੌੜ ਕਰਦਾ ਹੈ, ਭੱਜਦਾ ਨੱਠਦਾ ਹੈ। ਉਸ ਵਕਤ ਇਸ ਨੂੰ ਸਿਰਫ ਇੱਕ ਤਰਫਾ ਜੋ ਮਾਇਆ ਹੈ ਉਹੀ ਨਜ਼ਰ ਆਉਂਦੀ ਹੈ। ਇਸ ਨੂੰ ਆਪ ਦਾ ਨਿੱਜ ਸਰੂਪ, ਆਪ ਦਾ ਨਿੱਜ ਮਹਿਲ ਅਤੇ ਆਪ ਦਾ ਮਾਤਾ ਪਿਤਾ ਨਿਰੰਕਾਰ ਉਹ ਨਹੀਂ ਦਿਸਦਾ। ਕੋਈ ਗੁਰਮੁਖ ਦੇ ਸੰਗ ਕਰਨ ਦੇ ਨਾਲ ਹੀ, ਸੰਗਤ ਕਰਨ ਦੇ ਨਾਲ ਹੀ, ਜਿਨ੍ਹਾਂ ਦੇ ਅੰਦਰ ਨਾਮ ਦੀ ਰੋਹ ਚੱਲਦੀ ਹੋਵੇ, ਜਿਨ੍ਹਾਂ ਦੇ ਅੰਦਰ ਪਰਮਾਤਮਾ ਦੇ ਪ੍ਰਤੀ ਸਮਰਪਣ ਭਾਵਨਾ ਹੋਵੇ, ਜਿਹੜੇ ਉਸ ਦਰ ਦੇ ਸੇਵਕ ਹੋਣ, ਐਸੇ ਗੁਰਮੁਖਾਂ ਦਾ ਸੰਗ ਕਰਨ ਦੇ ਨਾਲ ਮਨ ਦੇ ਅੰਦਰ ਪਰਮਾਰਥ ਦੀ ਖਿੱਚ ਪੈਦਾ ਹੁੰਦੀ ਹੈ ਅਤੇ ਅਸੀਂ ਆਪ ਦੇ ਨਿੱਜ ਘਰ ਵੱਲ ਜਾਣ ਵਾਸਤੇ ਉਪਰਾਲਾ ਕਰਦੇ ਹਾਂ। ਜਿੰਨਾ ਚਿਰ ਅਸੀਂ ਅੰਦਰੋਂ ਪਰਮਾਤਮਾ ਦੇ ਨਾਲ ਨਹੀਂ ਜੁੜਦੇ, ਮਨ ਜਾਗਰਤ ਅਵਸਥਾ ਵਿੱਚ ਨਹੀਂ ਆਉਂਦਾ, ਉਹਨਾਂ ਚਿਰ ਦੇਖਾ ਦੇਖੀ ਜੋ ਬਾਹਰ ਮੁਖੀ ਕਈ ਦਫਾ ਜੀਵ ਕਰਦੇ ਨੇ, ਉਹ ਆਪ ਤਾਂ ਭਰਮ ਵਿੱਚ ਹੁੰਦੇ ਹੀ ਨੇ ਅਤੇ ਜਿਗਿਆਸੂਆਂ ਨੂੰ ਵੀ ਭਰਮ ਦੇ ਵਿੱਚ ਪਾ ਦਿੰਦੇ ਨੇ। ਰਸਤਾ ਜਿਹੜਾ ਹੈ ਉਹ ਬਦਲ ਜਾਂਦਾ ਹੈ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੱਸਿਆ, ਜਦੋਂ ਅਸੀਂ ਅੰਤਰਮੁਖੀ ਸਫ਼ਰ ਕਰਨਾ ਹੈ ਅਤੇ ਐਸੇ ਗੁਰੂ ਦਾ ਸੰਗ ਕਰੋ ਜੋ ਅਕਥ ਦੀ ਕਹਾਣੀ ਸੁਣਾ ਕੇ, ਸੱਚ ਦਾ ਭੇਦ ਦੇ ਕੇ, ਸ਼ਬਦ ਦਾ ਮਿਲਾਪ ਕਰਾਵੇ। ਬਾਹਰ ਦੀਆਂ ਕਥਾ ਕਹਾਣੀਆਂ, ਸਾਖੀਆਂ ਇਹ ਸਾਡੇ ਅੰਦਰ ਸੁਰਤ ਦਾ ਜੋ ਸਫ਼ਰ ਹੈ ਉਹ ਨਹੀਂ ਕਰਾ ਸਕਦੀਆਂ, ਜਿਸ ਕਰਕੇ ਸਾਡਾ ਜੋ ਮਨ ਦਾ ਸਫ਼ਰ ਹੈ ਉਹ ਸਤੋ ਗੁਣ ਤੱਕ ਸੀਮਿਤ ਰਹਿ ਜਾਂਦਾ ਹੈ। ਇਸੇ ਕਰਕੇ ਗੁਰਬਾਣੀ ਦੇ ਵਿੱਚ ਐਸੇ ਗੁਰਮੁਖਾਂ ਦੀ ਉਸਤਤ ਕੀਤੀ ਹੋਈ ਹੈ ਜੋ ਪਰਮਾਤਮਾ ਦਾ ਸਿਫਤ ਸਲਾਹ ਕਰਦੇ ਹੋਏ ਜਿਗਿਆਸੂਆਂ ਨੂੰ ਸ਼ਬਦ ਦੇ ਨਾਲ ਜੋੜਦੇ ਨੇ, ਸੱਚ ਦੇ ਨਾਲ ਜੋੜਦੇ ਨੇ ਅਤੇ ਆਪ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਦੁਨਿਆਵੀ ਵਡਿਆਈ ਦੀ ਲਾਲਸਾ ਨਹੀਂ ਰੱਖਦੇ। ਐਸੇ ਗੁਰਮੁਖਾਂ ਦੇ ਪਰਥਾਏ ਮਹਾਰਾਜ ਦੱਸ ਰਹੇ ਨੇ, ਕੋਈ ਜਨ ਹਰਿ ਸਿਉ ਦੇਵੈ ਜੋਰ, ਚਰਨ ਗਹੋ ਬਕੋ ਸੁਭ ਰਸਨਾ, ਦੀਜੈ ਪ੍ਰਾਣ ਅਕੋਰ। ਐਸੇ ਗੁਰਮੁਖਾਂ ਦੇ ਸਦਾ ਹੀ ਬਲਿਹਾਰੇ ਜਾਈਏ, ਜਿਹੜੇ ਅੰਦਰੋਂ ਅਤੇ ਬਾਹਰੋਂ ਇੱਕ ਰੂਪ ਹੋ ਕੇ ਸੱਚ ਦੀ ਕਹਾਣੀ ਕਰਦੇ ਨੇ, ਅਕਥ ਦੀ ਕਹਾਣੀ ਕਰਦੇ ਨੇ, ਅਤੇ ਜਿਨ੍ਹਾਂ ਦੇ ਅੰਦਰ ਹਿਰਦੇ ਵਿੱਚ ਸੱਚ ਹੈ, ਉਹਨਾਂ ਦੇ ਮੁੱਖ ਵਿੱਚ ਵੀ ਸੱਚ ਹੀ ਹੁੰਦਾ ਹੈ। ਜਿਸ ਕਰਕੇ ਮਹਾਰਾਜ ਦੀ ਗੁਰਬਾਣੀ ਦਾ ਫਰਮਾਨ ਹੈ, ਇੱਥੇ ਕਈ ਦਫਾ ਭਰਮ ਵੀ ਹੁੰਦਾ ਹੈ ਵੀ ਬਹੁਤ ਸਾਰੇ ਜੀਵ ਜਦੋਂ ਥੋੜ੍ਹਾ ਬਹੁਤਾ ਸ਼ਬਦ ਦੀ ਕਮਾਈ ਕਰਦੇ ਨੇ ਅਤੇ ਸੰਸਾਰ ਦੇ ਵਿੱਚ ਉਸ ਨੂੰ ਪ੍ਰਗਟਾਉਣ ਦੀ ਕੋਸ਼ਿਸ਼ ਜ਼ਿਆਦਾ ਕਰਦੇ ਨੇ,
ਉਹ ਇਹ ਸਮਝ ਬੈਠਦੇ ਨੇ ਕਿ ਉਹਨਾਂ ਦਾ ਜੋ ਭਗਤੀ ਦਾ ਮਾਰਗ ਹੈ ਉਹ ਉਹਨਾਂ ਤੈਅ ਕਰ ਲਿਆ ਹੈ ਅਤੇ ਆਪਦੀ ਮੰਜ਼ਿਲ 'ਤੇ ਉਹ ਪਹੁੰਚ ਚੁੱਕੇ ਨੇ। ਇੱਥੇ ਹੁਣ ਬਾਬਾ ਕਬੀਰ ਜੀ ਗੁਰਬਾਣੀ ਵਿੱਚ ਦੱਸ ਰਹੇ ਨੇ ਵੀ ਜਿੰਨਾ ਚਿਰ ਮਨ ਅਤੇ ਪਰਮਾਤਮਾ ਇੱਕ ਰੂਪ ਨਹੀਂ ਹੋ ਜਾਂਦੇ, ਉਹਨਾਂ ਚਿਰ ਕੁਝ ਨਾ ਕੁਝ ਜੋ ਅੰਤਰ ਹੈ ਉਹ ਬਣਿਆ ਰਹਿੰਦਾ ਹੈ, ਜਿਸ ਨੂੰ ਗੁਰਬਾਣੀ ਦੇ ਵਿੱਚ ਸ਼ਬਦ ਦੁਆਰਾ ਸਾਨੂੰ ਸਮਝਾਉਂਦੇ ਨੇ ਵੀ ਹਰੀ ਦਾ ਜਨਮ ਕਿਸ ਤਰ੍ਹਾਂ ਦਾ ਹੋਵੇ। ਫਰਮਾ ਰਹੇ ਨੇ, ਰੋੜਾ ਹੋਏ ਰਹੋ ਬਾਟਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਜਦੋਂ ਹੋਰ ਸਹਿਜ ਵਿੱਚ ਜਾਂਦੇ ਨੇ ਫਿਰ ਹੋਰ ਅੰਤਰਗਤ ਮਹਿਸੂਸ ਕਰਦੇ ਨੇ ਵੀ ਰੋੜਾ ਜਿਹੜਾ ਹੈ ਉਹ ਵੀ ਦੁੱਖ ਦਾ ਕਾਰਨ ਬਣ ਸਕਦਾ ਹੈ, ਕਿਸੇ ਨੂੰ ਚੋਟ ਦੇਵੇਗਾ, ਦੁੱਖ ਦੇਵੇਗਾ। ਇਸੇ ਤਰੀਕੇ ਨਾਲ ਜੇ ਸਾਡੇ ਅੰਦਰ ਸ਼ਬਦ ਦਾ ਚੋਟ ਮਾਰਿਆ ਅਜੇ ਮਨ ਵਿੱਚ ਕ੍ਰੋਧ ਆਉਂਦਾ ਹੈ ਜਾਂ ਕਿਸੇ ਦੂਸਰੇ ਦੇ ਪ੍ਰਥਾਏ ਨਫ਼ਰਤ ਪੈਦਾ ਹੁੰਦੀ ਹੈ, ਉਹ ਵੀ ਅਜੇ ਰਸਤੇ ਵਿੱਚ ਹੀ ਹੁੰਦੇ ਨੇ, ਸਫ਼ਰ 'ਤੇ ਹੁੰਦੇ ਨੇ। ਹੋਰ ਸਹਿਜ ਵਿੱਚ ਗਏ ਫਿਰ ਉਹਨਾਂ ਬਚਨ ਕੀਤਾ ਵੀ ਆਪ ਦੇ ਮਨ ਨੂੰ ਇੰਨਾ ਸਹਿਜ ਵਿੱਚ ਲੈ ਜਾਓ ਵੀ ਧਰਣੀ ਦੇ ਵਿੱਚ ਜਿਸ ਤਰ੍ਹਾਂ ਖੇਹ ਹੈ। ਫਰਮਾਉਂਦੇ ਨੇ ਗੁਰਬਾਣੀ ਦੇ ਵਿੱਚ, ਰੋੜਾ ਹੋਆ ਤੋ ਕਿਆ ਭਇਆ ਜੋ ਪੰਥੀ ਕੋ ਦੁਖ ਦੇ, ਹਰ ਜਨ ਐਸਾ ਚਾਹੀਏ ਜਿਉ ਧਰਣੀ ਮਹਿ ਖੇ। ਪਰ ਜਿੰਨਾ ਚਿਰ ਖੇਹ ਹੈ, ਖੇਹ ਵੀ ਨੁਕਸਾਨ ਪਹੁੰਚਾਏਗੀ, ਉੱਡ ਕੇ ਮੱਥੇ 'ਤੇ ਆਏਗੀ। ਹੋਰ ਵਿਚਾਰ ਕਰਦੇ ਨੇ ਅਤੇ ਫਿਰ ਪਾਣੀ ਦੇ ਨਾਲ ਵੀ ਆਪਣੇ ਮਨ ਦੀ ਤੁਲਨਾ ਕਰਦੇ ਨੇ ਅਤੇ ਅਖੀਰ 'ਤੇ ਜਾ ਕੇ ਜੋ ਰਿਜ਼ਲਟ ਉਹ ਕਰਦੇ ਨੇ ਵੀ ਜਿੰਨਾ ਚਿਰ ਅਸੀਂ ਸੱਚ ਵਿੱਚ ਸਮਾ ਨਹੀਂ ਜਾਂਦੇ ਓਨਾ ਚਿਰ ਜੋ ਮਨ ਹੈ ਉਹ ਆਕਾਰ ਵਿੱਚ ਆਉਂਦਾ ਹੈ, ਤ੍ਰੈ ਗੁਣਾ ਵਿੱਚ ਆਉਂਦਾ ਹੈ ਅਤੇ ਇੱਥੇ ਆ ਕੇ ਵਿਚਾਰਾਂ ਦੇ ਵਿੱਚ ਇਸ ਨੇ ਖੇਲਣਾ ਹੈ। ਕੋਈ ਨਾ ਕੋਈ ਵਿਚਾਰ ਐਸਾ ਆ ਸਕਦਾ ਹੈ ਜਿਹੜਾ ਇਸ ਦੇ ਉੱਪਰ ਮੈਲ ਦਾ ਰੂਪ ਧਾਰਨ ਕਰ ਸਕਦਾ ਹੈ। ਸੋ ਇਹ ਉਦੋਂ ਹੀ ਪ੍ਰਵਾਨ ਗਿਣਿਆ ਗਿਆ ਜਦੋਂ ਇਹ ਸਮਾ ਗਿਆ, ਸੱਚ ਰੂਪ ਹੋ ਗਿਆ, ਜਿਸ ਨੂੰ ਗੁਰਬਾਣੀ ਵਿੱਚ ਫਿਰ ਬਚਨ ਕਰਦੇ ਨੇ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਸੋ ਇਸ ਕਰਕੇ ਗੁਰਮਤਿ ਦੇ ਵਿੱਚ ਜੋ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਮੁਖਾਂ ਦੀ ਵਡਿਆਈ ਕੀਤੀ ਹੈ, ਉਹ ਐਸੇ ਗੁਰਮੁਖ ਨੇ ਜਿਨ੍ਹਾਂ ਦਾ ਮਨ ਨੀਵਾਂ ਅਤੇ ਮੱਤ ਉੱਚੀ ਹੈ, ਜਿਹੜੇ ਉਸ ਪਰਮਾਤਮਾ ਦੇ ਨਵਾਜੇ ਹੋਏ ਨੇ, ਉਸ ਦੇ ਪਿਆਰੇ ਨੇ ਅਤੇ ਉਸ ਦੇ ਹੁਕਮ ਵਿੱਚ ਚੱਲਦੇ ਹੋਏ ਉਹਨਾਂ ਦਾ ਆਉਣਾ ਜਾਣਾ ਬਣਿਆ ਹੋਇਆ ਹੈ। ਅਤੇ ਐਸੇ ਹੀ ਮਨਾਂ ਨੂੰ ਸੰਬੋਧਨ ਗੁਰਬਾਣੀ ਵਿੱਚ ਦੱਸਿਆ ਹੈ। ਗੁਰੂ ਨਾਨਕ ਦੇਵ ਜੀ ਸ਼ਬਦ ਦੁਆਰਾ ਆਪਾਂ ਨੂੰ ਸਮਝਾਉਂਦੇ ਨੇ ਵੀ ਗਿਆਨ ਦੀਆਂ ਗੱਲਾਂ ਬਹੁਤ ਸਾਰੇ ਜੀਵ ਕਰਦੇ ਨੇ, ਕਈ ਧਿਆਨ ਦੀਆਂ ਵਿਚਾਰਾਂ ਵੀ ਕਰਦੇ ਨੇ, ਪਰ ਹੁਕਮ ਵਿੱਚ ਕੌਣ ਹੈ ਇਹ ਮਾਲਕ ਜਾਣਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਮਨ ਨੂੰ ਸਮਝਾ ਰਹੇ ਨੇ, ਪ੍ਰਥਮ ਹੈ ਮਨ ਪ੍ਰਬੁੱਧ ਹੈ ਆਪਣਾ, ਪਾਛੈ ਅਵਰ ਰਜਾਵੈ। ਅਤੇ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਆਪਾਂ ਨੂੰ, ਅੰਤਰ ਵਸੈ ਨਾ ਬਾਹਰ ਜਾਏ, ਅੰਮ੍ਰਿਤ ਛੋੜ ਕਾਹੇ ਬਿਖ ਖਾਏ,
ਐਸਾ ਗਿਆਨ ਜਪੋ ਮਨ ਮੇਰੇ, ਹੋਵੋ ਚਾਕਰ ਸਾਚੇ ਕੇਰੇ। ਸੱਚ ਦਾ, ਪਰਮਾਤਮਾ ਦਾ ਨੌਕਰ ਬਣ ਕੇ ਚੱਲਣਾ ਤੇ ਪਰਮਾਤਮਾ ਦੇ ਹੁਕਮ ਵਿੱਚ ਆਉਣਾ, ਤਾਂ ਜੋ ਇਸ ਮਨ ਦੇ ਉੱਪਰ ਉਸ ਮਾਲਕ ਦੀ ਸ਼ੁਭ ਦ੍ਰਿਸ਼ਟ ਪਏ ਤੇ ਮਾਲਕ ਇਸ ਨੂੰ ਆਪਦੇ ਘਰ ਬਿਠਾਏ, ਇਸ ਨੂੰ ਸੁਖ ਮਹਿਲ ਵਿੱਚ ਬਿਠਾਏ ਤੇ ਐਸੀ ਅਵਸਥਾ ਵਿੱਚ ਮਹਾਰਾਜ ਸਾਡੇ ਅੱਗੇ ਕਲੀਅਰ ਕਰਦੇ ਨੇ, ਗਿਆਨ ਧਿਆਨ ਸਭ ਕੋਈ ਰਵੈ, ਬੰਧਨ ਬਾਂਧਿਆ ਸਭ ਜਗ ਭਵੈ। ਹੁਣ ਇਹ ਸਾਰਾ ਕੁਝ ਜਦੋਂ ਤੱਕ ਸਤੋ ਗੁਣ ਤੱਕ ਸੀਮਤ ਰਹਿੰਦਾ ਹੈ, ਹਉਮੈ ਦਾ ਕਾਰਨ ਬਣ ਜਾਂਦਾ ਹੈ, ਤੇ ਜਦੋਂ ਸ਼ਬਦ ਦੁਆਰਾ ਗੁਰਮੁਖ ਸਨਮੁਖ ਹੋ ਕੇ ਜਾਗਰਤ ਅਵਸਥਾ ਵਿੱਚ ਆਉਂਦੇ ਨੇ, ਫਿਰ ਉਹ ਇਹਨਾਂ ਤ੍ਰੈ ਗੁਣਾਂ ਦੇ ਵਿੱਚੋਂ ਨਿਕਲ ਕੇ ਉਸ ਪਰਮਾਤਮਾ ਦੇ ਚਾਕਰ ਬਣਦੇ ਨੇ, ਜਿਸ ਨੂੰ ਮਹਾਰਾਜ ਸਮਝਾਉਂਦੇ ਨੇ, ਚਾਕਰ ਤਾਂ ਤੇਰਾ ਸੋਏ ਜੋ ਸਹਿਜ ਸਮਾਵੈ। ਉੱਥੇ ਫਿਰ ਉਹ ਮਾਲਕ ਦੁਆਰਾ ਜੋ ਘਰ ਦਾ ਕੰਮ ਬਖਸ਼ਿਸ਼ ਕੀਤਾ ਜਾਂਦਾ ਹੈ, ਉਹ ਘਰ ਦੇ ਕੰਮ ਨੂੰ ਕਰਦੇ ਨੇ ਤੇ ਮਾਲਕ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰਦੇ ਨੇ। ਇਸ ਕਰਕੇ ਗੁਰਮਤਿ ਜੋ ਰਸਤਾ ਹੈ, ਉਹ ਸ਼ਬਦ ਦੀ ਕਮਾਈ ਕਰਕੇ ਗੁਰੂ ਦੇ ਹੁਕਮ ਵਿੱਚ ਆਉਣਾ, ਤਾਂ ਜੋ ਮਨ ਦਰਗਾਹ ਦੇ ਵਿੱਚ ਪ੍ਰਵਾਨ ਹੋ ਸਕੇ। ਜੀਵਨ ਜਾਚ ਇਸ ਤਰੀਕੇ ਦੇ ਨਾਲ ਆਪਾਂ ਨੂੰ ਸਮਝਾਈ ਵੀ ਉੱਠਤ ਬੈਠਤ ਸੋਵਤ ਜਾਗਤ ਸਹਿ ਸੁਭਾਏ ਹੀ। ਜੇ ਤੁਸੀਂ ਕਰਮ 'ਤੇ ਹੋ ਤੇ ਕਰਮ 'ਤੇ ਸਨਮੁਖ ਰਹਿ ਕੇ ਹੁਕਮ ਵਿੱਚ ਚੱਲੋ, ਤੇ ਜੇ ਤੁਸੀਂ ਕਰਮ ਤੋਂ ਵਿਹਲੇ ਹੋ, ਉੱਥੇ ਫਿਰ ਸ਼ਬਦ ਨਾਲ ਜੁੜ ਕੇ ਆਪਦੇ ਘਰ ਵਾਪਸ ਚਲੇ ਜਾਓ। ਇਸ ਕਰਮ ਨੂੰ ਅਤੇ ਧਰਮ ਨੂੰ ਸਮ ਕਰਕੇ ਵਿਚਰੋ। ਇਸ ਤਰ੍ਹਾਂ ਜਿਹੜੇ ਗੁਰਮੁਖ ਨੇ ਉਹ ਬੰਧਨਾਂ ਤੋਂ ਆਜ਼ਾਦ ਹੋ ਜਾਂਦੇ ਨੇ ਤੇ ਸ਼ਿਵ ਘਰ ਦੇ ਵਿੱਚ ਮਨ ਦਾ ਵਾਸਾ ਹੁੰਦਾ ਹੈ। ਇਹ ਜੀਵਨ ਜਾਚ ਨੂੰ ਸਿੱਖ ਕੇ ਨਾਮ ਦੀ ਕਮਾਈ ਕਰਦਿਆਂ ਹੋਇਆਂ ਅਸੀਂ ਆਪਦੇ ਜੀਵਨ ਦੇ ਵਿੱਚ ਆਉਣਾ ਜਾਣਾ ਇਹ ਸਿੱਖਣਾ ਹੈ, ਤੇ ਪੰਜਾਂ ਦਾ ਸਾਥ ਨਾ ਲੈਂਦਿਆਂ ਹੋਇਆਂ ਕਾਮ ਕ੍ਰੋਧ ਮੋਹ ਹੰਕਾਰ ਇਹਨਾਂ ਤੋਂ ਸਾਵਧਾਨ ਰਹਿ ਕੇ ਉਸ ਪਰਮਾਤਮਾ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ ਯਤਨ ਕਰਨਾ ਹੈ। ਇੰਨੀਆਂ ਹੀ ਵਿਚਾਰਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।